बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फराज अब्बास की जानब से खुश आमदीद। दोस्तों, गोट फार्मिंग की एक और ज़बरदस्त वीडियो के साथ हाजिर हैं। डॉक्टर जुल्फ़कार साहब के 4 मरला की छत पर बनाए गए गोट फार्म पर मौजूद हूँ। डॉक्टर साहब ने 3 साल कबल गोट फार्मिंग का आगाज़ किया। इन्होंने 2 ईदों पर जानवर सेल किए, एक ईद पर 7 जानवर सेल किए और उनमें से इनको नफ़ा भी हुआ, और एक ईद पर इन्होंने 25 जानवर सेल किए, उन जानवरों में इनको नुकसान हुआ। तो आज मालूम किया जाएगा कि नुकसान की क्या वजह बनी और नफ़ा किस तरह हासिल किया। देसी और टैडी बकरियों के हवाले से एक ज़बरदस्त और कीमती इंटरव्यू किया जाएगा। यकीनन आपको फ़ायदा ज़रूर होगा। वीडियो को मुकम्मल लाजमी देखें, लाइक करें, शेयर करें, चैनल को सब्सक्राइब कर लें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। सर की हाल है? ठीक ठाक। सब तो पहले अपना तारफ करवा दो। मेरा नाम जुल्फ़कार अली है, उर्फ डॉक्टर। डॉक्टर साहब, तुसी किन्ने अरसे तो गोट फार्मिंग करते हो पे? मैं 3 साल ਦੇ ਅਰਸੇ। माशाल्लाह, 3 साल ਜਦੋਂ ਪਹਿਲੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ, ਤੁਸੀਂ ਬੱਕਰੇ ਲਿਆ ਕੇ ਈਦ ਤੇ ਸੇਲ ਕਰਦੇ ਹੋ ਜਾਂ ਇੰਜੀ ਬੱਕਰੀਆਂ ਰੱਖੀਆਂ ਜੇ? ਥੋੜਾ ਜਿਹੜਾ ਨਾ ਆਪਣਾ ਤਫਸੀਲ ਚ ਦੱਸੋ, ਜਿਹੜਾ 3 ਸਾਲ ਦਾ ਤਜਰਬਾ ਹੈ। ਮੈਂ ਪਹਿਲੇ ਬੱਕਰੇ ਲਿਆਂਦੇ ਹਨ, ਫਿਰ ਨਾਲ ਬੱਕਰੀਆਂ ਵੀ 1-2 ਲਿਆਂਦੀ ਸੀ। ਅੱਛਾ। ਤੇ ਉਹਦੇ ਬਾਅਦ ਉਹ ਸੀਦ ਦੇ ਉੱਤੇ ਉਹ ਫਰੋਖਤ ਕਰ ਦਿੱਤੇ ਗਏ ਹਨ। ਇਹ ਕਿੰਨੀਆਂ ਈਦਾਂ ਦੇ ਤੁਸੀਂ ਬੱਕਰੇ ਫਰੋਖਤ ਕੀਤੇ ਨੇ? 2 ਈਦਾਂ ਤੇ। ਕਿੰਨੇ ਕਿੰਨੇ? ਪਹਿਲੀ ਈਦ ਤੇ ਕੀਤੇ ਹਨ 7 ਤੇ ਦੂਸਰੀ ਤੇ ਕੋਈ 25। ਮਾਸ਼ਾਅੱਲਾ। ਤੇ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਇਸ ਟਾਈਮ ਮੇਰੇ ਕੋਲ 11 ਨੇ, ਛੋਟੇ ਵੱਡੇ ਪਾ ਕੇ ਸਾਰੇ। ਕਿੰਨੀਆਂ ਬੱਕਰੀਆਂ ਤੇ ਕਿੰਨੇ ਬੱਕਰੇ? ਇਹ 7 ਬੱਕਰੀਆਂ ਨੇ ਜੀ, ਤੇ ਦੂਸਰੇ 4 ਨਰ ਨੇ। 4 ਨਰ ਨੇ? ਹਾਂਜੀ। ਉਹ ਜਿਹੜੇ ਨਰ ਨੇ ਉਹ ਛੋਟੇ ਨੇ। ਇੱਕ ਤੇ ਤੁਹਾਡਾ ਮਾਸ਼ਾਅੱਲਾ ਸਾਹਮਣੇ ਬਰੀਡਰ ਨਜ਼ਰ ਆ ਰਿਹਾ ਹੈ, ਕਾਫੀ ਤਗੜਾ ਬਰੀਡਰ ਹੈ ਤੁਹਾਡਾ। ਤੇ ਦੂਸਰੇ ਜਿਹੜੇ ਨਰ ਨੇ ਤਿੰਨੋਂ ਛੋਟੇ ਨੇ? ਨਹੀਂ, ਇੱਕ ਵੱਡਾ ਇੱਕ ਹੈ ਮੇਰੇ ਪਾਸ ਹੀ ਖੜਾ ਹੈ। ਅੱਛਾ। ਇਹ ਛੋਟਾ ਬੱਚਾ ਇਸੇ ਬੱਕਰੇ ਦਾ। ਅੱਛਾ, ਇਸੇ ਬੱਕਰੇ ਦਾ। ਅੱਛਾ, ਥੋੜਾ ਦੱਸੋ, ਜਿਹੜੇ ਤੁਸੀਂ 2 ਦਫਾ ਈਦ ਤੇ ਜਾਨਵਰ ਸੇਲ ਕੀਤੇ ਨੇ, ਇੱਕ ਈਦ ਤੇ 7 ਤੇ ਇੱਕ ਤੇ 25, ਉਹ ਤੁਹਾਡਾ ਤਜਰਬਾ ਕਿਹਦਾ ਰਿਹਾ? ਉਹ ਈਦ ਤੋਂ ਕਿੰਨੇ ਮਹੀਨੇ ਪਹਿਲੇ ਲੈ ਕੇ ਆਏ ਹੋ? ਕੀ ਉਹਨਾਂ ਤੇ ਕੋਈ ਖਰਚਾ ਆ ਗਿਆ ਸੀ? ਕੀ ਤੁਹਾਨੂੰ ਕੋਈ ਮੁਨਾਫਾ ਦੇ ਗਏ ਹਨ? ਜਿਹੜੇ ਪਹਿਲੇ ਵਾਰੀ 7 ਲਿਆਂਦੇ ਹਨ ਜੀ, ਉਹਨਾਂ ਨੇ ਮੁਨਾਫਾ ਦਿੱਤਾ ਸੀ। ਅੱਛਾ। ਉਹ ਈਦ ਤੋਂ ਕਿੰਨੇ ਮਹੀਨੇ ਪਹਿਲੇ ਲਿਆਂਦੇ ਹਜੇ? 5 ਮਹੀਨੇ ਪਹਿਲੇ ਲਿਆਂਦੇ ਹਨ। ਅੱਛਾ। ਤੇ ਉਹ ਸ਼ਬਰਾਤ ਤੋਂ ਪਹਿਲੇ ਖਰੀਦੇ ਹਨ। ਠੀਕ ਹੈ। ਫਿਰ ਉਹਨਾਂ ਦੇ ਜਿਹੜਾ ਨਾ ਮਿਹਨਤ ਕੀਤੀ ਸੀ ਤੇ ਉਹ ਬਾਅਦ ਵਿੱਚ ਫਰੋਖਤ ਹੋਏ ਹਨ। ਅੱਛਾ। ਉਹਨਾਂ ਵਿੱਚ ਕੋਈ ਬਚ ਗਏ ਹਨ ਪੈਸੇ। ਠੀਕ ਹੈ। ਤੇ ਜਿਹੜੇ ਦੂਸਰੀ ਵਾਰੀ ਲਿਆਂਦੇ ਹਨ ਤੇ ਇਹਨਾਂ ਵਿੱਚ ਘਾਟਾ ਹੀ ਪਿਆ, ਨਾ ਬਚੇ ਨਹੀਂ। ਇਹ ਘਾਟਾ ਪਿਆ ਕਿ ਪੂਰਾ ਹੋਇਆ ਹੈ? ਘਾਟਾ ਹੀ ਪਿਆ ਥੋੜਾ ਜਿਹਾ। ਕਿੰਨਾ ਕੁ ਘਾਟਾ ਪਿਆ? ਕੋਈ 50,000 ਦੇ ਵਿੱਚ। ਅੱਛਾ, 25 ਜਾਨਵਰਾਂ ਚੋਂ 50,000 ਤੁਹਾਨੂੰ ਘਾਟਾ ਪੈ ਗਿਆ ਸੀ। ਹਾਂਜੀ। ਜਿਹੜੇ ਪਹਿਲੇ 7 ਨੇ ਉਹ ਕਿੰਨਾ ਕੁ ਮੁਨਾਫਾ ਦੇ ਗਏ ਹਨ? ਉਹ ਕੋਈ 25,000 ਦੇ ਗਏ। 25,000 ਦੇ ਗਏ ਹਨ। ਹਾਂਜੀ। ਯਾਨੀ ਕਿ ਪਹਿਲੇ ਤੁਸੀਂ ਨਫਾ ਹਾਸਲ ਕੀਤਾ, ਫਿਰ ਦੂਸਰੀ ਦਫਾ ਤੁਹਾਨੂੰ ਘਾਟਾ ਪਿਆ। ਕੀ ਵਜ੍ਹਾ ਬਣੀ ਕਿ ਪਹਿਲੇ ਤੁਹਾਨੂੰ ਨਫਾ ਹੋਇਆ, ਫਿਰ ਦੂਸਰੀ ਤੇ ਘਾਟਾ ਹੋਇਆ? ਕੀ ਤੁਸੀਂ ਸਿੱਖਿਆ ਆਪਣੇ ਤਜਰਬੇ ਤੋਂ? ਦੂਸਰੀ ਦਫਾ ਘਾਟਾ ਇਸ ਵਜ੍ਹਾ ਹੋਇਆ ਸੀ ਕਿ ਮਾਲ ਖਰੀਦਣ ਲੱਗਿਆ, ਕੋਈ ਮਾਲ ਜਿਹੜਾ ਨਾ ਉਹ ਗਲਤ ਖਰੀਦਿਆ ਗਿਆ। ਉਹਦਾ ਰੇਟ ਉਸ ਟਾਈਮ ਹੀ ਉਹ ਨਹੀਂ ਸੀ ਜਿਹੜੇ ਮਾਲ 'ਚ ਖਰੀਦ ਲਿਆ। ਅੱਛਾ, ਯਾਨੀ ਖਰੀਦਦਾਰੀ ਤੁਹਾਡੇ ਕੋਲ ਗਲਤ ਹੋਈ ਹੈ? ਖਰੀਦਦਾਰੀ ਜਿਹੜੀ ਹੈ ਨਾ ਉਹ ਗਲਤ ਹੋਈ ਹੈ। ਤੇ ਖਰੀਦਦਾਰੀ ਦੱਸੋ ਨਾ, ਖਰੀਦਦਾਰੀ ਕਿੰਜ ਕਰਨੀ ਚਾਹੀਦੀ ਜਿਹੜੀ ਤੁਹਾਨੂੰ ਨਫਾ ਦੇਈਏ? ਖਰੀਦਦਾਰੀ ਜਿਹੜੀ ਹੈ ਮਾਲ ਵੇਖ ਕੇ ਕਰਨੀ ਚਾਹੀਦੀ ਹੈ। ਨਾਲ ਜਿਹੜੇ ਬੰਦੇ ਹੋਣ ਉਹਨਾਂ ਨੂੰ ਵੀ ਇਸ ਚੀਜ਼ ਦਾ ਤਜਰਬਾ ਹੋਣਾ ਚਾਹੀਦਾ ਕਿ ਇਹ ਮਾਲ ਇਸ ਟਾਈਮ ਜਿਹੜਾ ਵੇ 20,000 ਦਾ ਵੇ ਤੇ ਉਹਨੂੰ ਅਸੀਂ 22,000 ਦਾ ਖਰੀਦ ਲਾਂਗੇ, ਉਹ ਸਾਨੂੰ ਮੁਨਾਫਾ ਨਹੀਂ ਦੇਗਾ। ਜੀ ਸਰ, ਉਹ ਤੁਸੀਂ ਕਿਉਂਕਿ ਜਦੋਂ ਖਰੀਦਣ ਦੇ ਦਫਾ ਅਸੀਂ ਉਹਨੂੰ ਲੋ ਰੇਟ ਤੇ ਖਰੀਦਾਂਗੇ, ਫਿਰ ਉਹਦੀ ਮਿਹਨਤ ਕਰਾਂਗੇ, ਫਿਰ ਕੋਈ ਬਚੇਗਾ। ਜੇ ਅਸੀਂ ਪਹਿਲੇ ਹੀ ਉਹਨੂੰ ਜ਼ਿਆਦਾ ਰੇਟ ਤੇ ਖਰੀਦ ਲਾਂਗੇ ਤਾਂ ਉਹਦੇ ਵਿੱਚ ਕੋਈ ਫਾਇਦੇ ਵਾਲੀ ਗੱਲ ਨਹੀਂ। ਬਿਲਕੁਲ ਸਰ, ਬੜੀ ਅੱਛੀ ਗੱਲ ਕੀਤੀ ਹੈ। ਇਹ ਦੱਸੋ ਕਿ ਈਦ ਵਾਸਤੇ ਬੱਕਰੇ ਤਿਆਰ ਕਰਨਾ ਬਿਹਤਰ ਕੰਮ ਹੈ ਜਾਂ ਕਿ ਤੁਸੀਂ ਬੱਕਰੀਆਂ ਰੱਖ ਕੇ ਉਹਨਾਂ ਦੇ ਅੱਗੋਂ ਬੱਚੇ ਹਾਸਲ ਕਰੋ, ਉਹ ਬਿਹਤਰ ਕੰਮ ਹੈ? ਜਿਹੜਾ ਨਾ ਬੱਕਰੇ ਖਰੀਦ ਕੇ ਤੇ ਉਹਨਾਂ ਨੂੰ ਤਿਆਰ ਕਰਕੇ ਵੇਚਣਾ, ਜਿਹੜਾ ਇਹਦੇ 'ਚ ਜਲਦੀ ਮੁਨਾਫਾ ਮਿਲ ਜਾਂਦਾ ਜੀ। ਜਿਹੜੀਆਂ ਬੱਕਰੀਆਂ ਨੇ ਉਹਨਾਂ ਵਾਸਤੇ ਚਰਾਗਾ ਚਾਹੀਦੇ ਨੇ ਜਿਹੜਾ ਮੁਫਤ ਖਾਣ, ਉਹਦੇ ਵਾਸਤੇ ਜਿਹੜਾ ਨਾ ਜ਼ਰੂਰੀ ਹੈ ਚਰਾਗਾ ਹੋਣਾ ਮੁਫਤ, ਜਿਹੜਾ ਨਾ ਬਾਹਰੋਂ ਚਰ ਕੇ ਆਉਣ। ਤੇ ਫਿਰ ਜੇ ਅਗਰ ਉਹਨਾਂ ਦੇ ਪੈਸੇ ਖਰਚ ਕੀਤੇ ਜਾਣ ਤਾਂ ਉਹਨਾਂ ਵਿੱਚ ਕੋਈ ਇੰਨਾ ਬੈਨੀਫਿਟ ਨਹੀਂ ਕੋਈ ਮੈਨੂੰ ਨਜ਼ਰ ਆ ਰਿਹਾ। ਅੱਛਾ। ਕਿਉਂਕਿ ਮੈਂ ਤੇ ਕੋਸ਼ਿਸ਼ ਕੀਤੀ ਹੈ ਕਿ ਘਰ ਹੀ ਇਹਨਾਂ ਨੂੰ ਰੱਖ ਕੇ ਇਹਨਾਂ ਦਾ ਖਰਚਾ ਪੂਰਾ ਕਰਾਂ ਜੀ।
ਤੇ ਖਰਚਾ ਇਹਨਾਂ ਦੇ ਕਰਨੇ, ਲੇਕਿਨ ਖਰਚਾ ਜ਼ਿਆਦਾ ਹੋ ਜਾਂਦਾ ਹੈ, ਬੈਨੀਫਿਟ ਜਿਹੜਾ ਇਹਨਾਂ ਦਾ ਘੱਟ ਹੈ। ਅੱਛਾ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਅਗਰ ਤੁਸੀਂ ਇਹਨਾਂ ਨੂੰ ਚਾਰੋ ਦੇ ਫਿਰ ਖਰਚਾ ਕਮ ਹੋਏਦਾ ਤੇ ਤੁਹਾਨੂੰ ਵੀ ਕੁਝ ਮਿਲ ਜਾਏਦਾ। ਅਗਰ ਤੁਸੀਂ ਇਹਨਾਂ ਨੂੰ ਘਰ ਰੱਖ ਕੇ ਇਹਨਾਂ ਨੂੰ ਚਾਰਾ ਸ਼ੁਰਾ ਪਾਓ ਫਿਰ ਖਰਚਾ ਜ਼ਿਆਦਾ ਹੋ ਜਾਂਦਾ, ਫਿਰ ਮੁਨਾਫਾ ਘੱਟ ਹੈ। ਹਾਂਜੀ, ਤੁਸੀਂ ਆਪਣੇ ਜਾਨਵਰ ਛੱਤ ਉੱਤੇ ਰੱਖੇ ਨੇ। ਹਾਂਜੀ, ਛੱਤ ਉੱਤੇ ਬੜੇ ਘੱਟ ਲੋਕ ਨੇ ਜਿਨ੍ਹਾਂ ਆਪਣੇ ਗੋਟ ਫਾਰਮ ਬਣਾਏ ਨੇ, ਤੁਹਾਡਾ ਛੱਤ ਉੱਤੇ ਗੋਟ ਫਾਰਮ ਹੈ। ਇਹਦੇ ਬਾਰੇ ਚ ਥੋੜਾ ਸਾਨੂੰ ਦੱਸੋ ਕਿ ਛੱਤ ਉੱਤੇ ਜਾਨਵਰ ਰੱਖਣਾ ਕੈਸਾ ਹੈ? ਛੱਤ ਉੱਤੇ ਦਾ ਜਾਨਵਰ ਰੱਖਣਾ ਅੱਛਾ ਵੇ, ਲੇਕਿਨ ਮੈਂ ਤੇ ਰੱਖੇ ਨੇ ਇਸ ਵਾਸਤੇ ਕਿ ਮੇਰੇ ਕੋਲ ਨਜ਼ਦੀਕ ਹੈ ਕਿ ਮੈਂ ਮੇਰੀ ਹਵੇਲੀ ਹੈ ਦੂਸਰੇ ਪਾਸੇ ਵੇ ਤੇ ਉੱਥੇ ਮੇਰਾ ਜਾਣ ਦਾ ਜਿਹੜਾ ਟਾਈਮ ਹੈ ਨਾ ਮੇਰੇ ਕੋਲ ਨਹੀਂ ਹੁੰਦਾ ਆਉਣ ਜਾਣ ਦਾ। ਅੱਛਾ, ਕਿਉਂਕਿ ਜਾਨਵਰ ਜਿਹੜੇ ਰੱਖੀਏ ਤੇ ਇਹਨਾਂ ਦੀ ਕੋਲ ਹਿਫਾਜ਼ਤ ਕਰਨੀ ਚਾਹੀਦੀ ਹੈ। ਇਹਨਾਂ ਦਾ ਸਵੇਰ ਸ਼ਾਮ ਉੱਠ ਕੇ ਤੇ ਇਹਨਾਂ ਦੇ ਕੋਲ ਬਹਿਣਾ ਚਾਹੀਦਾ, ਦੇਖਣਾ ਚਾਹੀਦਾ ਕੋਈ ਜਾਨਵਰ ਬਿਮਾਰ ਹੈ ਤੇ ਉਹਦਾ ਇਲਾਜ ਵਗੈਰਾ ਜਿਹੜਾ ਕੀਤਾ ਜਾਏ ਟਾਈਮ ਨਾਲ। ਠੀਕ ਹੈ, ਕਿਉਂਕਿ ਜਿੰਨੀ ਇਹਨਾਂ ਨਾਲ ਮੁਹੱਬਤ ਕੀਤੀ ਜਾਏ ਉਨੀ ਇਹ ਜ਼ਿਆਦਾ ਮੁਹੱਬਤ ਕਰਦੇ ਨੇ। ਜੀ ਜੀ। ਤੇ ਜੇ ਅਸੀਂ ਇਹਨਾਂ ਨੂੰ ਛੱਡ ਕੇ ਚਲੇ ਜਾਈਏ, ਇਹਨਾਂ ਦੇ ਕੋਲ ਨਾ ਬਈਏ, ਵੇਖੀਏ ਨਾ ਤੇ ਫਿਰ ਤੇ ਬਿਮਾਰ ਹੀ ਹੋਣੇ ਨੇ, ਫਿਰ ਤੇ ਲਾਸ ਹੀ ਜਾਣਾ ਵੇ। ਅੱਛਾ, ਯਾਨੀ ਤੁਹਾਡੇ ਕਹਿਣ ਦਾ ਮਕਸਦ ਇਹ ਹੋਇਆ ਕਿ ਹਵੇਲੀ ਵੀ ਤੁਹਾਡੇ ਕੋਲ ਹੈ ਵੇ, ਉਹ ਤੁਸੀਂ ਉੱਥੇ ਜਾਣ ਹੱਥੋਂ ਤੁਸੀਂ ਕਿਹਾ ਕਿ ਇੱਥੇ ਮੈਂ ਇਹਨਾਂ ਦੀ ਕੇਅਰ ਅੱਛੀ ਕਰ ਲਾਂਦਾ, ਤਾਂ ਤੁਸੀਂ ਛੱਤ ਤੇ ਰੱਖਿਆ ਕਿ ਯਾਨੀ ਇਹਨਾਂ ਦੀ ਦੇਖਭਾਲ ਅੱਛੀ ਹੋਏ। ਹਾਂਜੀ, ਜ਼ਬਰਦਸਤ ਹੋ ਗਿਆ। ਅੱਛਾ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਛੋਟਾ ਜਿਹਾ ਸ਼ੈੱਡ ਬਣਾਇਆ ਹੈ, ਅੱਧੀ ਛੱਤ ਜਿਹੜਾ ਉਹਦੀ ਹਾਈਟ ਘੱਟ ਹੀ ਹੈ, ਲੰਬਾਈ ਇਹਦੀ ਕਿੰਨੀ ਲੰਬਾਈ ਇਹਦੀ ਜਾਂ ਕਿੰਨੇ ਮਰਲੇ ਵੇ? ਇਹ ਲੰਬਾਈ ਇਹਦੀ ਜਿਹੜੀ ਹੈ ਨਾ ਤਕਰੀਬਨ 3 ਫੁੱਟ ਚੌੜਾ ਵੇ ਤੇ 12 ਫੁੱਟ ਲੰਮਾ ਵੇ। ਤੇ ਇਹਦੇ ਅੰਦਰ ਕਿੰਨੇ ਜਾਨਵਰ ਆ ਜਾਂਦੇ ਨੇ? ਇਹਦੇ ਇਹ ਜਾਨਵਰ ਮੇਰੇ ਕੋਲ ਜ਼ਿਆਦਾ ਨੇ, ਇਹਦੇ ਆਰਾਮ ਨਾਲ ਸਕੂਨ ਨਾਲ ਆ ਜਾਂਦੇ ਨੇ। ਮਰਲਾ ਹੈ ਵੇ ਕਿ ਨਹੀਂ? ਨਹੀਂ, ਮਰਲੇ ਤੋਂ ਘੱਟ ਹੈ। ਮਰਲੇ ਤੋਂ ਘੱਟ ਹੈ। ਤੇ ਵੈਸੇ ਜਿਹੜੀ ਤੁਹਾਡੀ ਓਵਰਆਲ ਛੱਤ ਹੈ ਕਿੰਨੀ ਹੈ? ਇਹ 4.5 ਮਰਲੇ। 4.5 ਮਰਲੇ। ਜਿਹੜਾ ਸ਼ੈੱਡ ਹੈ ਉਹ ਮਰਲੇ ਤੋਂ ਵੀ ਘੱਟ ਹੈ। ਉਹਦੇ ਅੰਦਰ 11 ਜਾਨਵਰ ਆ ਜਾਂਦੇ ਨੇ। ਹਾਂਜੀ, ਜ਼ਿੰਦਾਬਾਦ। ਇਹ ਸਰਦੀਆਂ ਦੀ ਢੱਕਣ ਵਾਸਤੇ ਰੱਖਿਆ ਨਾ, ਤੇ ਗਰਮੀਆਂ ਚ ਇੰਜੀ ਉੱਤੇ ਇਹਦੇ ਤੇ ਛੱਤ ਪਾਇਆ, ਉਹ ਜਿਹੜੀਆਂ ਪਈਆਂ ਨੇ ਸਾਹਮਣੇ ਪਲੇਟੋਂ ਹਨੇਰੀ ਆਈ ਸੀ ਤੇ ਉੱਡ ਗਿਆ ਸੀ। ਇਹ ਦੱਸੋ ਕਿ ਜਿਹੜੇ ਭਰਾ ਵੀਡੀਓ ਵੇਖਦੇ ਨੇ, ਉਹ ਕੰਮ ਕਰਨਾ ਚਾਹੁੰਦੇ ਨੇ, ਬੱਕਰੀਆਂ ਪਾਲਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਮਸ਼ਵਰਾ ਦਵੋ ਕਿ ਉਹ ਕਿੰਜ ਪਾਲਣ ਤੇ ਕਿੰਜ ਜ਼ਿਆਦਾ ਫਾਇਦਾ ਹਾਸਲ ਕਰ ਸਕਦੇ ਨੇ? ਕਿਉਂਕਿ ਮਾਸ਼ਾਅੱਲਾ ਤੁਸੀਂ ਡਾਕਟਰ ਵੀ ਹੋ, ਇਹ ਤਜਰਬਾ ਵੀ ਤੁਹਾਡਾ 3 ਸਾਲ ਦਾ ਹੈ, ਨਫਾ ਵੀ ਹਾਸਲ ਕਰ ਚੁੱਕੇ ਹੋ, ਨੁਕਸਾਨ ਵੀ ਹੋ ਗਿਆ, ਤੇ ਕਿੰਜ ਬਿਹਤਰੀ ਲਿਆਈ ਜਾ ਸਕਦੀ ਹੈ ਕੰਮ ਵਿੱਚ, ਕਿੰਜ ਫਾਇਦਾ ਹਾਸਲ ਕੀਤਾ ਜਾ ਸਕਦਾ ਹੈ? ਇਹਦਾ ਫਾਇਦਾ ਇਹ ਹੋਈ ਹੈ ਕਿ ਘਰ ਤੋਂ ਘੱਟ ਇਹਦੇ ਤੇ ਖਰਚਾ ਆਵੇ। ਅੱਛਾ, ਕਿਉਂਕਿ ਇਹ ਮੁੱਖ ਦੀ ਖੁਰਾਕ ਦੇ ਪਰਨ ਬਾਅਦ ਚੜਾਈ ਤੇ ਇਹਦੇ ਵਿੱਚ ਫੇਰ ਬੈਨੀਫਿਟ ਜ਼ਿਆਦਾ ਵੇ। ਜੇ ਇਹਨੂੰ ਘਾਹ ਰੱਖ ਕੇ ਪਾਲਿਆ ਜਾਏ, ਮੈਂ ਉਹ ਵੀ ਤਜਰਬਾ ਕਰ ਰਿਹਾ ਕਿ ਇਹਨੂੰ ਘਾਹ ਰੱਖ ਕੇ ਮੈਂ ਜਿਹੜਾ ਨਾ ਪਾਲਣਾ ਪਿਆ। ਪਹਿਲੇ ਜਿਹੜੇ ਲਿਆਂਦੇ ਹਨ ਲੇਲੇ, ਮੈਂ ਉਹਨਾਂ ਨੂੰ ਵੀ ਘਾਹ ਰੱਖ ਕੇ ਪਾਲਿਆ ਸੀ। ਘਾਹ ਰੱਖ ਕੇ ਤੇ ਇਹਨਾਂ ਦੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ। ਅੱਛਾ, ਉਹਦੇ ਵਿੱਚ ਜਿਹੜਾ ਨਾ ਇੰਨਾ ਬੈਨੀਫਿਟ ਨਹੀਂ ਰਹਿੰਦਾ, ਕਿਉਂਕਿ ਇਹਨੂੰ ਬਾਹਰ ਪਾਲਿਆ ਜਾਏ ਤੇ ਫੇਰ ਹੀ ਬੈਨੀਫਿਟ ਇਹਦੇ ਵਿੱਚ। ਅੱਛਾ, ਇਹ ਸਵਾਲ ਪੁੱਛਾਂ ਦਾ, ਤੁਸੀਂ ਉਹ ਜਿਹੜੇ 5 ਬੱਕਰੇ ਸੇਲ ਕੀਤੇ ਨੇ ਜਿਨ੍ਹਾਂ ਨੇ ਤੁਹਾਨੂੰ ਘਾਟਾ ਪਵਾਇਆ, ਉਹ ਤੁਸੀਂ ਘਰ ਰੱਖ ਕੇ ਤਿਆਰ ਕੀਤੇ ਹਨ? ਹਾਂਜੀ, ਨਹੀਂ ਉਹਨੂੰ ਥੋੜੇ ਟਾਈਮ ਵਾਸਤੇ ਬਾਹਰ ਖੜਦੇ ਹਨ, ਲੇਕਿਨ ਮੈਂ ਘਰ ਵੀ ਉਹਨਾਂ ਨੂੰ ਜਿਹੜਾ ਨਾ ਖੁਰਾਕ ਪਾਉਂਦਾ ਸਾਂ। ਅੱਛਾ, ਜ਼ਿਆਦਾ ਘਰ ਪਾਉਂਦੇ ਹੋ? ਹਾਂ, ਉਹਦੇ ਵਿੱਚ ਜਿਹੜੇ ਲੇਲੇ ਹਨ ਨਾ ਕੁਝ ਉਹ ਗਲਤ ਖਰੀਦੇ ਗਏ ਹਨ ਜਿੱਦਾਂ ਦੀ ਵਜ੍ਹਾ ਨਾਲ। ਅੱਛਾ, ਯਾਨੀ ਕਿ ਤੁਹਾਡਾ ਉਹ ਖਰੀਦਦਾਰੀ ਗਲਤ ਹੋਈ ਸੀ। ਤੇ ਕਿਹੜੀ ਮੰਡੀ ਵਿੱਚੋਂ ਜਾਨਵਰ ਅੱਛੇ ਮਿਲਦੇ ਜੇ? ਮੰਡੀ ਮੈਂ ਤੇ ਜਨਾਬ ਗਿਆ ਵਾਂ ਇੱਥੇ ਕਮੇਲੂ ਖਰੀਦਣਾ ਦੇ ਮਾਲ, ਇਹ ਸਿਆਲਕੋਟ ਤੋਂ। ਇਸ ਤੋਂ ਇਲਾਵਾ ਕਿਸੇ ਦੂਸਰੀ ਵੱਡੀ ਮੰਡੀ 'ਚ ਨਹੀਂ ਗਏ? ਵੱਡੀ ਮੰਡੀ ਤੇ ਗਏ ਹਾਂ ਕਿ ਫੈਸਲਾਬਾਦ ਦੇ ਕੋਲ ਮੰਡੀ ਲੱਗਦੀ ਹੈ, ਜਗ੍ਹਾ ਦਾ ਮੈਨੂੰ ਇਸ ਟਾਈਮ ਯਾਦ ਨਹੀਂ ਰਿਹਾ। ਚਲੋ ਫੈਸਲਾਬਾਦ ਕੋਲ ਉਹ ਜਨਾਬ ਉੱਥੇ ਗਏ ਹਾਂ ਤੇ ਉੱਥੋਂ ਮਾਲ ਜਿਹੜਾ ਇਹਨਾਂ ਨਹੀਂ ਸੀ ਸਾਨੂੰ ਪਸੰਦ ਆਇਆ, ਫਿਰ ਅਸਾਂ ਇੱਥੋਂ ਗੁਜਰਾਤੋਂ ਲਿਆ ਮਾਲ। ਉੱਥੋਂ ਅੱਛਾ ਮਿਲ ਗਿਆ? ਉੱਥੋਂ ਵੀ ਇੰਜੀ ਲਿਆ ਜਿਹੜਾ ਮਾਲ ਹੁਣ ਵੇਚਿਆ ਉੱਥੋਂ ਹੀ ਲਿਆ ਸੀ। ਅੱਛਾ, ਅਸਾਂ ਦੋਦੇ ਆਉਂਦੇ ਹਨ, ਦੋਦਿਆਂ ਦੀ ਵਜ੍ਹਾ ਨਾਲ ਜਿਹੜਾ ਨਾ ਮਾਲ ਇੱਥੋਂ ਖਰੀਦਿਆ ਸੀ। ਅੱਛਾ, ਦੋਦਿਆਂ ਦੇ ਵਿੱਚ ਮੈਂ ਸਫ਼ਰ ਨਹੀਂ ਕਰਦਾ ਕਿਤੇ ਵੀ, ਕਿਉਂਕਿ ਦੋਦਾ ਜੇ ਸਫ਼ਰ ਕਰਾਂ ਤੇ ਦੋਦਾ ਛੱਡਣਾ ਪੈਂਦਾ। ਜੀ ਜੀ। ਤੇ ਇਸ ਵਾਸਤੇ ਮੈਂ ਜਿਹੜਾ ਜਲਦੀ ਨਾਲ ਮਾਲ ਖਰੀਦਿਆ ਜਿਹਦੀ ਵਜ੍ਹਾ ਨਾਲ ਲਾਸ ਹੋਇਆ। ਅੱਛਾ, ਯਾਨੀ ਕਿ ਤੁਹਾਡੀ ਜਲਦਬਾਜ਼ੀ ਵੀ ਸ਼ਾਮਲ ਹੀ ਤੇ ਖਰੀਦਦਾਰੀ ਵੀ ਮਹਿੰਗੀ ਹੀ। ਹਾਂਜੀ, ਵੈਸੇ ਇਹ ਕੰਮ ਵਿੱਚ ਬਰਕਤ ਹੈ ਵੇ, ਨਫਾ ਹੈ ਵੇ, ਅਗਰ ਤਰੀਕੇ ਨਾਲ ਕੀਤਾ ਜਾਏ ਇਨਸ਼ਾਅੱਲਾ। ਇਹ ਦੱਸੋ ਕਿ ਅਗਰ ਕੋਈ ਭਰਾ ਈਦ ਵਾਸਤੇ ਬੱਕਰੇ ਤਿਆਰ ਕਰਨਾ ਚਾਹੁੰਦਾ ਹੈ, ਉਹ ਈਦੋਂ ਕਿੰਨੇ ਮਹੀਨੇ ਪਹਿਲੇ ਲਿਆਏ ਜਾਂ ਕਿਹੜੇ ਮੌਸਮ 'ਚ ਲਿਆਏ, ਕਿੰਨੇ ਮਹੀਨੇ ਰੱਖੇ ਤੇ ਉਹਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ? ਮੈਂ ਤੇ ਮੇਰਾ ਤਜਰਬਾ ਤੇ ਹੋ ਜਾਂਦਾ ਕਿ ਛੋਟੇ ਬੱਚੇ ਲੈ ਜਾਣ ਕਿੰਨੇ ਤੇ ਬੜੀ ਤੇ ਫੌਰਨ ਬਾਅਦ ਅੱਛਾ ਉਹਨਾਂ ਨੂੰ ਤਿਆਰ ਕੀਤਾ ਜਾਏ, ਉਹ ਜ਼ਿਆਦਾ ਬੈਨੀਫਿਟ ਦੇ ਸਕਦੇ ਨੇ। ਜਿਹੜਾ ਅਸੀਂ 5 ਮਹੀਨੇ ਪਹਿਲੇ ਲਾਉਂਦੇ ਆ ਜਾਂ 2 ਮਹੀਨੇ ਜਾਂ 3 ਮਹੀਨੇ, ਉਹਨਾਂ ਨੂੰ ਮਿਹਨਤ ਕਰਕੇ ਤੇ ਮੇਰਾ ਜਿਹੜਾ ਤਜਰਬਾ ਆਉਂਦਾ
ਉਹ ਆਂਦਾ ਕਿ 5000 ਤੋਂ ਜ਼ਿਆਦਾ ਮੁਨਾਫਾ ਨਹੀਂ ਉਹਦੇ ਚ ਮਿਲਦਾ ਇੱਕ ਲੇਲੇ ਦੇ ਵਿੱਚ। ਬਹੁਤ ਮੁਸ਼ਕਲ ਨਾਲ ਜਿਹੜਾ ਨਾ ਕੀਤਾ ਜਾਂਦਾ 5000 ਤੋਂ ਵੱਧ। ਯਾਨੀ ਜਿਹੜਾ 2-3 ਮਹੀਨੇ ਤੁਸੀਂ ਪਹਿਲੇ ਲਿਆਉਂਦੇ ਹੋ। ਹਾਂਜੀ। ਉਹ ਅਸਲ ਜੋ ਖਰੀਦਦਾਰੀ ਵੀ ਤੇ ਫਿਰ ਮਹਿੰਗੀ ਹੁੰਦੀ ਹੈ ਨਾ, ਕਿਉਂਕਿ ਕੋਈ ਈਦ ਨਜ਼ਦੀਕ ਹੁੰਦੀ ਹੈ, ਉਧਰ ਵੀ ਤੁਹਾਨੂੰ ਮਹਿੰਗੇ ਮਿਲਦੇ ਨੇ। ਹਾਂ ਬਿਲਕੁਲ, ਖਰੀਦਦਾਰੀ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਹੁਣ ਵਪਾਰੀ ਜਿਹੜੇ ਆਏ ਨੇ ਨਾ ਮਾਲ ਖਰੀਦਣਾ। ਤੇ ਨਾਲੇ ਮੇਰਾ ਜਿਹੜਾ ਮਸ਼ਵਰਾ ਹੈ ਵੇ ਕਿ ਉਸ ਮੰਡੀ ਚੋਂ ਖਰੀਦੋ ਮਾਲ ਜਿੱਥੇ ਮਾਲ ਬਹੁਤ ਜ਼ਿਆਦਾ ਹੁੰਦਾ ਹੈ। ਕਿਉਂਕਿ ਜਿਹੜੀ ਛੋਟੀਆਂ ਮੰਡੀਆਂ 'ਚ ਅਸੀਂ ਮਾਲ ਖਰੀਦਦੇ ਹਾਂ ਉੱਥੇ ਚੰਦ ਵਪਾਰੀ ਹੁੰਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਖਰੀਦਦਾਰ ਆਏ ਨੇ ਨਾ ਕੁਝ ਲੈ ਕੇ ਜਾਣਾ। ਉਹਨਾਂ ਦੀ ਇਜਾਰਾਦਾਰੀ ਹੁੰਦੀ ਹੈ। ਉਹ ਇੱਕ ਦੂਸਰੇ ਨਾਲ ਮਿਲ ਜਾਂਦੇ ਨੇ। ਉਹ ਰੇਟ ਜਿਹੜਾ ਥੱਲੇ ਨਹੀਂ ਆਉਣ ਦਿੰਦੇ। ਬਿਹਤਰ ਕਿਉਂਕਿ ਜਿਹੜਾ 5000 ਦਾ ਹੁੰਦਾ ਉਹਦਾ 35000 ਤੋਂ ਉੱਥੇ ਹੀ ਮੰਗਦੇ ਹੁੰਦੇ ਨੇ। ਠੀਕ ਹੈ। ਤੇ ਉਹ ਕਿੱਥੇ ਬੰਦਾ ਉਹਨਾਂ ਨੂੰ ਥੱਲੇ ਕਿੰਨਾ ਕੁ ਵੀ ਲਿਆ ਸਕਦਾ। ਜੀ ਜੀ, ਇਹ ਵਜ੍ਹਾ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਅੱਜ ਕੱਲ ਸਰਦੀਆਂ ਦਾ ਮੌਸਮ ਹੈ, ਤੁਸੀਂ ਆਪਣੇ ਜਾਨਵਰਾਂ ਨੂੰ ਕੀ ਖਿਲਾਉਂਦੇ ਹੋ ਪਏ ਸਰਦੀਆਂ ਤੋਂ ਬਚਾਉਣ ਵਾਸਤੇ? ਮੈਂ ਜੀ ਸਰਦੀਆਂ ਤੋਂ ਬਚਾਉਣ ਵਾਸਤੇ ਇਹਨਾਂ ਨੂੰ ਮੈਂ ਕਣਕ ਦਾ ਦਲੀਆ ਤੇ ਵਿੱਚ ਘਿਓ ਦੇਸੀ ਕਿ ਡਾਲਡਾ। ਅੱਛਾ। ਤੇ ਖਾਲ ਨੂੰ ਮੈਂ ਵਾਲ ਲੈਣਾ ਵਾ ਚੰਗੀ ਤਰ੍ਹਾਂ, ਜਿਹੜਾ ਉਹਦਾ ਪਾਣੀ ਸੁਕਾ ਲੈਣਾ। ਖਾਲ ਕਿਹੜੀ ਸਰ? ਖਾਲ ਜਿਹੜੀ ਹੈ ਬਨੌਲਾ। ਅੱਛਾ, ਕਿੰਨੀ ਕੁ ਵਾਲ ਕੇ ਸੁਕਾ ਲੈਂਦੇ ਹੋ? ਮੈਂ ਇਹਨਾਂ ਦੇ ਫੀ ਜਿਹੜਾ ਜਾਨਵਰ ਉਹਦੇ ਹਿਸਾਬ ਨਾਲ ਪਾ ਇੱਕ ਜਿਹੜੀ ਖਾ ਲੈਣਾ ਰੋਜ਼ਾਨਾ ਦੀ। ਅੱਛਾ। ਉਹਨੂੰ ਵਾਲ ਲੈਣਾ ਵਾ, ਵਾਲ ਕੇ ਉਹਨੂੰ ਸੁਕਾ ਲੈਣਾ ਵਾ। ਅੱਛਾ। ਸੁਕਾ ਕੇ ਫਿਰ ਉਹਦੇ ਵਿੱਚ ਦਲੀਆ ਕੀਤਾ ਮਕਈ ਦਾ। ਅੱਛਾ। ਉਹਦਾ ਦਲੀਆ ਜਿਹੜਾ ਵੇ ਚਣਿਆਂ ਦਾ ਤੇ ਕਣਕ ਦਾ ਚੋਖਰ, ਇਹਨਾਂ ਸਾਰਿਆਂ ਨੂੰ 1.5 ਕਿਲੋ ਕਰਕੇ ਉਹਦੇ ਵਿੱਚ ਘਿਓ ਡਾਲਟੇ ਨੂੰ ਗਰਮ ਕਰਕੇ ਤੇ ਉਹ ਵਿੱਚ ਇਹਨਾਂ ਨੇ ਮਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਝੱਸ ਕੇ ਤੇ ਫਿਰ ਉਹ ਇਹਨਾਂ ਦੇ ਅੱਗੇ ਮੈਂ ਜੇ ਸਮਝਾ ਮੈਂ ਥੋੜ੍ਹੇ ਜਿਹੇ ਭੁੱਖੇ ਨੇ ਤੇ ਥੋੜ੍ਹੀ ਜਿਹੀ ਬਰੀਕ ਤੂੜੀ ਲਾ ਲੈਣਾ, ਨਹੀਂ ਤੇ ਉਹ ਇਸ ਤਰ੍ਹਾਂ ਇਹਨਾਂ ਦੇ ਅੱਗੇ ਦਾ ਖੀਰਨੇ ਖਾ ਲੈਂਦੇ। ਜ਼ਬਰਦਸਤ, ਯਾਨੀ ਪੂਰੀ ਸੇਵਾ ਇਹਨਾਂ ਦੀ ਕਰਦੇ ਹੋ? ਹਾਂਜੀ। ਤੇ ਅਗਰ ਮੈਂ ਤੁਹਾਨੂੰ ਸਵਾਲ ਪੁੱਛਾਂ, ਇੱਕ ਬੰਦਾ ਤੁਸੀਂ ਜਿੰਜਾ ਛੱਤ ਤੇ ਰੱਖੇ ਨੇ, ਤੁਸੀਂ ਇਹਨਾਂ ਨੂੰ ਬਾਹਰ ਨਹੀਂ ਲੈ ਕੇ ਜਾਂਦੇ, ਇੱਥੇ ਹੀ ਇਹਨਾਂ ਦੀ ਸੇਵਾ ਕਰਦੇ ਹੋ, ਇੱਕ ਜਾਨਵਰ ਤੇ ਕਿੰਨਾ ਖਰਚਾ ਆਈਏ ਦਾ? ਖਰਚਾ ਜਿਹੜਾ ਤੁਸੀਂ ਹਿਸਾਬ ਲਾ ਲਓ ਕਿ 60 ਰੁਪਏ ਦੇ ਹਿਸਾਬ ਨਾਲ ਇਹਦੇ ਤੋਂ ਥੱਲੇ ਕੋਈ ਚੀਜ਼ ਵੀ ਨਹੀਂ ਪੈਂਦੀ। ਅੱਛਾ। ਕਿਲੋ ਦੇ। ਤੇ ਜੇ ਤੁਸੀਂ ਕਦਾ ਲਵੋ ਤੇ ਉਹ ਵੀ ਇਸ ਤਰ੍ਹਾਂ ਹੀ ਹੈ, ਜੇ ਦੂਸਰੀਆਂ ਚੀਜ਼ਾਂ ਲਵੋ ਤੇ ਉਹ ਵੀ ਇੰਝ ਹੀ ਨੇ। ਤੇ ਇਹ ਮੇਰੇ ਹਿਸਾਬ ਨਾਲ ਕੋਈ 1000-1200 ਰੁਪਈਆ ਜਿਹੜਾ ਇੰਨਾ ਵੱਡਾ ਜਾਨਵਰ ਜਿਹੜਾ ਉਹਦੇ ਤੇ ਖਰਚਾ ਆ ਜਾਂਦਾ ਮਹੀਨੇ ਦਾ। 1000-1200 ਮਹੀਨੇ ਦਾ। ਬਿਹਤਰ ਹੋ ਗਿਆ। ਤੇ ਅਗਰ ਉਹੀ ਜਾਨਵਰ ਨੂੰ ਬਾਹਰ ਚਾਰਿਆ ਜਾਏ ਤੇ ਫਿਰ ਉਹਦੇ ਤੇ ਮਹੀਨੇ ਦਾ ਕਿੰਨਾ ਖਰਚਾ ਆਏਗਾ? ਫਿਰ ਤੇ ਖਰਚਾ ਥੋੜਾ ਹੀ ਹੁੰਦਾ। ਫਿਰ ਤੇ ਸਰਦੀਆਂ ਦੇ ਦਿਨਾਂ ਵਿੱਚ ਜਿਹੜੇ 2-3 ਮਹੀਨੇ ਨੇ ਖਰਚਾ ਹੁੰਦਾ, ਕਿਉਂਕਿ ਅਗਰ ਇਹਨਾਂ ਨੂੰ ਜ਼ਿਆਦਾ ਖੁਰਾਕ ਨਾ ਪਾਈ ਜਾਏ ਤੇ ਸਰਦੀ ਦਾ ਮੁਕਾਬਲਾ ਨਹੀਂ ਕਰਦੇ। ਅੱਛਾ, ਯਾਨੀ ਕਿ ਸਰਦੀ ਦੇ 2 ਮਹੀਨੇ ਬੱਕਰੀਆਂ ਜਿਹਨੇ ਰੱਖੀਆਂ ਨੇ ਉਹਦਾ ਖਰਚਾ ਹੁੰਦਾ ਹੈ, ਜਿਹੜੇ ਬਾਕੀ 10 ਮਹੀਨੇ ਨੇ ਉਹ ਖਰਚਾ ਘੱਟ ਹੀ ਹੁੰਦਾ ਹੈ, ਬਲਕਿ ਕੁਝ ਮਹੀਨੇ ਤੇ ਐਸੇ ਹੁੰਦੇ ਨੇ ਉਹਦਾ ਖਰਚਾ ਨਾ ਹੁੰਦੇ ਬਰਾਬਰ ਵੀ। ਸਾਡਾ ਜਿਹੜਾ ਇਲਾਕਾ ਹੈ ਨਾ, ਇਹਦੇ ਵਿੱਚ ਅਪ੍ਰੈਲ ਤੋਂ ਲੈ ਕੇ ਜਦੋਂ ਗੰਦਮ ਦੀ ਕਟਾਈ ਹੁੰਦੀ ਹੈ ਜੀ, ਉਸ ਤੋਂ ਲੈ ਕੇ ਤੇ ਮੂੰਜੀ ਦੀ ਕਾਸ਼ਤ ਤੱਕ ਜਿਹੜਾ ਨਾ ਇੱਥੇ ਖਰਚਾ ਸਾਡੇ ਇਲਾਕੇ 'ਚ ਘੱਟ ਹੁੰਦਾ ਜੇ ਅਗਰ ਕੋਈ ਚੜਾਈ ਕਰਾਉਣ ਵਾਲਾ ਹੋਏ ਤੇ। ਠੀਕ ਹੈ। ਕਿਉਂਕਿ ਬਾਹਰ ਚੜਾਈਆਂ ਜਾਂਦੀਆਂ ਨੇ ਤੇ ਫਿਰ ਉਹ ਜਿਹੜਾ ਨਾ ਖਰਚਾ ਘੱਟ ਹੁੰਦਾ। ਲੇਕਿਨ ਮੈਂ ਤੇ ਇੱਕ ਤਜਰਬਾ ਇਹ ਕੀਤਾ ਕਿ ਸਾਡਾ ਜਿਹੜਾ ਇਲਾਕਾ ਵੇ, ਅੱਛਾ, ਇਹਦੇ ਵਿੱਚ ਚੁਗਣ ਦੀ ਜਗ੍ਹਾ ਜ਼ਮੀਨ ਤੇ ਹੀ ਹੈ। ਅੱਛਾ। ਜਿਹੜੇ ਕੋਈ 4 ਮਹੀਨੇ ਵਿੱਚ ਹੁੰਦੇ ਨੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ, ਇਹ ਜਿਹੜਾ ਮੇਰੇ ਕੋਲ ਬਰੀਡਰ ਹੈ ਮੈਂ ਲਿਆਂਦਾ ਹੈ, ਲੇਕਿਨ ਇਹ ਥੱਲੇ ਨਹੀਂ ਚੁੱਕ ਸਕਦਾ। ਅੱਛਾ, ਥੱਲੇ ਕਿਉਂ? ਇਹ ਥੱਲੇ ਚੁੱਕਦਾ, ਇਹਦਾ ਕੱਦ ਵੱਡਾ ਵਾ, ਜਿਹਨੂੰ ਥੱਲੇ ਚੁੱਕਦਾ ਇਹਦੇ ਗੋਡੇ ਮੂੰਹ ਮਾਰ ਕੇ ਕੋਈ ਚੀਜ਼ ਫੜਦਾ। ਜਿੰਨੀ ਵਾਰੀ ਇਹਨੇ ਫੜਨੀ ਕੋਈ ਗੋਡੇ ਮੂੰਹ ਮਾਰ ਕੇ ਫੜਨੀ ਹੈ। ਠੀਕ ਹੈ। ਇਹ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਹੀ ਕਮਜ਼ੋਰ ਹੋ ਜਾਂਦਾ ਕਿਉਂਕਿ ਥੱਲੇ ਇਹਦੇ ਕੋਲ ਚੀਜ਼ ਨਹੀਂ ਫੜੀ ਜਾਂਦੀ। ਅੱਛਾ, ਆ ਵੀ ਮਸਲਾ ਹੈ। ਇਹ ਮਸਲਾ ਹੈ। ਵੱਡੇ ਕੱਦ ਦਾ ਜਾਨਵਰ ਜਿਹੜਾ ਸਾਡੇ ਇਲਾਕੇ ਦੇ ਵਿੱਚ ਹੈਗਾ ਕਾਮਯਾਬ ਨਹੀਂ। ਬਿਹਤਰ ਹੋ ਗਿਆ ਕਿਉਂਕਿ ਉਹ ਉੱਤੋਂ ਹੀ ਕੋਈ ਫਸਲ ਹੋਵੇ ਤੇ ਉੱਤੋਂ ਹੀ ਖਾਏ ਤੇ ਫਿਰ ਜ਼ਿਆਦਾ ਬੈਨੀਫਿਟ ਹੁੰਦਾ। ਯਾਨੀ ਜ਼ਮੀਨ ਤੋਂ ਚੁਗਣਾ ਉਹਦੇ ਵਾਸਤੇ ਮੁਸ਼ਕਲ ਹੈ। ਤੇ ਤੁਸੀਂ ਇਹ ਜਿਹੜੇ ਜਾਨਵਰ ਰੱਖੇ ਨੇ ਕਿਹੜੀ ਨਸਲ ਦੇ ਰੱਖੇ ਜੇ? ਮੇਰੇ ਕੋਲ ਮੱਖੀ ਚੀਨੇ ਵੀ ਨੇ ਵਿੱਚ, ਇਹ ਜਿਹੜੇ ਜਾਨਵਰ ਨੇ ਵਿੱਚ ਟੈਗੀ ਵੀ ਹੈ। ਮੇਰੇ ਦੋਸਤ ਨੇ ਦਿੱਤੀ ਸੀ ਮੈਨੂੰ ਬੱਕਰੀ, ਛੋਟੀ ਜਿਹੀ ਬੱਚੀ ਸੀ ਉਹਦੇ ਕੋਲ, ਦੂਸਰੀਆਂ ਮਰ ਗਈਆਂ ਤੇ ਫਿਰ ਉਹਨੇ ਦਿੱਤੀ ਪਿਛਲੇ ਸਾਲ। ਟੈਡੀ ਇਹ ਜਿਹੜੀ ਮੱਖੀ ਚੀਨੀ ਹੈ ਦੇਸੀ ਦੀ ਨਸਲ ਹੈ ਅੱਗੂ ਕੋਈ? ਇਹਦੇ ਕੰਨ ਲੰਮੇ ਨੇ। ਇਹ ਭਾਵਲਪੁਰੀ ਇਹ ਦੇਸੀ ਦੀ ਨਸਲ ਹੈ। ਅੱਛਾ, ਦੇਸੀ ਤੇ ਟੈਡੀ ਰੱਖੇ ਨੇ। ਹਾਂਜੀ। ਅੱਛੀ ਨਸਲ ਕਿਹੜੀ ਰਹਿੰਦੀ ਤੁਹਾਡੇ ਖਿਆਲ ਨਾਲ, ਦੇਸੀ ਕੀ ਟੈਡੀ? ਦੇਸੀ ਦਾ ਬੈਨੀਫਿਟ ਤਾਂ ਜ਼ਿਆਦਾ ਹੁੰਦਾ, ਲੇਕਿਨ ਟੈਗੀ ਜਿਹੜਾ ਛੋਟਾ ਮੋਟਾ ਖਾ ਖੂ ਕੇ ਛੇਤੀ ਪੇਟ ਭਰ ਲੈਂਦੀ ਹੈ। ਅੱਛਾ। ਜਿਹੜਾ ਦੇਸੀ ਹੁੰਦਾ ਹੈ ਇਹ ਪੇਟ ਭਰਨਾ ਇਹਦੇ ਵਾਸਤੇ ਬੜਾ ਮੁਸ਼ਕਲ ਹੁੰਦਾ। ਜ਼ਬਰਦਸਤ ਹੋ ਗਿਆ ਸਰ, ਤੁਸੀਂ ਬੜੀ ਅੱਛੀ ਤੇ ਅਹਿਮ ਗੁਫ਼ਤਗੂ ਕੀਤੀ ਹੈ। ਆਖਰੀ ਗੱਲ ਦੇ ਤੌਰ ਤੇ ਜਿਹੜੇ ਭਰਾ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮੁਹਲਸ ਜਿਹਾ ਮਸ਼ਵਰਾ ਦੇ ਦਿਓ।
ਮਸ਼ਵਰਾ ਇਹੋ ਹੀ ਹੈ ਕਿ ਨੇਕ ਨੀਤੀ ਨਾਲ ਕੋਈ ਵੀ ਕੰਮ ਕੀਤਾ ਜਾਏ ਤੇ ਅੱਲਾਹ ਤਾਲਾ ਉਹਦੇ ਵਿੱਚ ਬਰਕਤ ਪਾਉਂਦਾ, ਕਿਉਂਕਿ ਸਾਰਾ ਦਾਰੋਮਦਾਰ ਅੱਲਾਹ ਕੋਲ ਹੈ। ਜ਼ਬਰਦਸਤ। ਇੱਜ਼ਤ ਜ਼ਿਲਤ ਰੋਜ਼ੀ ਰਿਜ਼ਕ ਜੋ ਕੁਛ ਵੀ ਹੈ ਉਹ ਸਭ ਅੱਲਾਹ ਤਾਲਾ ਦੀ ਤਰਫੋਂ ਹੈ ਤੇ ਕੋਈ ਵੀ ਕੰਮ ਕਰੋ ਅੱਲਾਹ ਤਾਲਾ ਉਹਦੇ ਵਿੱਚ ਬਰਕਤ ਦਿੰਦਾ ਹੈ। ਤੇ ਇਹ ਤੇ ਨਬੀਆਂ ਦਾ ਪੇਸ਼ਾ ਹੈ, ਨਬੀਆਂ ਨੇ ਰੱਖਿਆ, ਸਾਰਿਆਂ ਨਬੀਆਂ ਦਾ ਸੁਣਦੇ ਆਏ ਆ, ਪੜ੍ਹਦੇ ਆਏ ਆ ਜੀ ਜੀ। ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਜਿਹੜੇ ਨੇ ਉਹ ਵੀ ਉਹਨਾਂ ਦੇ ਪਹਿਲੇ ਅੰਬੀਆ ਜਿਹੜੇ ਨੇ ਉਹ ਵੀ ਇਹਨਾਂ ਨੇ ਪੇਸ਼ਾ ਇਖਤਿਆਰ ਕੀਤਾ ਤੇ ਚਲੋ ਇਹਨੂੰ ਸੁਣੋ ਸਮਝ ਕੇ ਕੋਈ ਕਰ ਲਓ। ਘਰ ਦੇ ਵਿੱਚ ਬੱਕਰੀ ਰੱਖਣਾ ਉਂਝ ਵੀ ਬਰਕਤ ਹੈ ਜੀ। ਤੇ ਇਸ ਵਾਸਤੇ ਵੀ ਮਸ਼ਵਰਾ ਹੋਈ ਹੈ ਕਿ ਤੁਸੀਂ ਇਹ ਕੰਮ ਕਰ ਲਓ, ਅੱਲਾਹ ਤਾਲਾ बरकत इजाफा कर जी। सर बहुत शुक्रिया, अल्लाह हाफिज़।